ਬੂਟਾ ਸਿੰਘ ਸ਼ਾਦ ਦਾ ਨਾਵਲ ਸਿੱਖ ਚੌਥਾ ਕਾਂਡ ਸਾਡਾ 18ਵਾਂ ਐਪੀਸੋਡ। ਤੇਰਾ ਹੁਕਮ ਫੌਜਾਂ ਤੇ ਨਹੀਂ ਚੱਲ ਸਕਦਾ। ਫੌਜਾਂ ਸਿਰਫ ਗੁਰੂ ਦੇ ਹੁਕਮ ਅੱਗੇ ਹੱਥ ਜੋੜਦੀਆਂ। ਮੇਰਾ ਹੁਕਮ ਤੈਨੂੰ ਫਾਂਸੀ ਲਗਾ ਸਕਦਾ ਹੈ। ਮੈਂ ਤੇਰਾ ਹੁਕਮ ਮੰਨਦਾ ਹੀ ਨਹੀਂ। ਤੂੰ ਕੌਣ ਹੈ ਗੁਰੂ ਦੀਆਂ ਫੌਜਾਂ ਨੂੰ ਹੁਕਮ ਦੇਣ ਵਾਲਾ? ਯੋਰ ਆਨਰ, ਇਹ ਦਿਮਾਗੀ ਤੌਰ 'ਤੇ ਠੀਕ ਨਹੀਂ ਲੱਗਦਾ। ਵਕੀਲ ਨਾਗੇਸ਼ ਨੇ ਗੱਲ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਉਹ ਦੇਖ ਰਿਹਾ ਸੀ ਕਿ ਜੱਜ ਗੁੱਸੇ 'ਚ ਆ ਚੁੱਕਿਆ ਸੀ। ਕੋਈ ਵੀ ਹੁਕਮ ਦੇ ਸਕਦਾ ਸੀ। 4 ਕਤਲਾਂ ਦਾ ਸਵਾਲ ਹੈ। आप ठीक बोल रहे हैं। इसका दिमागी मुआयना कराया जाए। इस केस की सुनवाई 1 वीक के बाद की जाएगी। अदालत उठ गई। संतोख सिंह, सतवंत कौर ਤੇ ਨਾਗੇਸ਼ ਬਹੁਤ ਉਦਾਸ ਸੀ। ਮੁਕੱਦਮਾ ਖਰਾਬ ਹੋ ਗਿਆ ਲੱਗਦਾ ਸੀ। ਸਤਵੰਤ ਕੌਰ ਦੀ ਗਵਾਹੀ ਨੇ ਮੁਕੱਦਮੇ ਦਾ ਰੂਪ ਬਦਲ ਦਿੱਤਾ ਸੀ। ਸਤਵੰਤ ਕੌਰ ਗੁਰਮੁਖ ਸਿੰਘ ਦੇ ਚਿਹਰੇ 'ਚ ਬਾਰ-ਬਾਰ ਝਾਕੀ। ਅੱਖਾਂ ਹੀ ਅੱਖਾਂ ਰਾਹੀਂ ਗੁਰਮੁਖ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਨਾ ਗੁਰਮੁਖ ਸਿੰਘ ਦੀਆਂ ਨਜ਼ਰਾਂ ਸਤਵੰਤ ਨਾਲ ਮਿਲ ਰਹੀਆਂ ਤੇ ਨਾ ਉਹ ਕੁਝ ਵੀ ਸਮਝਣ ਲਈ ਤਿਆਰ ਸੀ। ਨਾਗੇਸ਼ ਕੋਈ ਵੀ ਗੱਲ ਕਰਨ ਲਈ ਤਿਆਰ ਨਹੀਂ ਸੀ। ਸੰਤੋਖ ਸਿੰਘ ਵੀ ਕੋਈ ਗੱਲ ਨਹੀਂ ਕਰ ਰਿਹਾ ਸੀ। ਜਿਵੇਂ ਕੋਈ ਗੱਲ ਰਹਿ ਹੀ ਨਹੀਂ ਗਈ ਸੀ, ਜਿਵੇਂ ਉਹ ਮੁਕੱਦਮਾ ਹਾਰ ਚੁੱਕੀ ਸੀ, ਜਿਵੇਂ ਗੁਰਮੁਖ ਸਿੰਘ ਨੂੰ ਫਾਂਸੀ ਲੱਗ ਗਈ ਸੀ। ਕੋਈ ਗੱਲ ਸੋਚ ਕੇ ਸਤਵੰਤ ਦੀਆਂ ਅੱਖਾਂ ਭਰ ਆਈਆਂ। ਸਿਵਲ ਹਸਪਤਾਲ 'ਚ ਸਿਵਲ ਸਰਜਨ ਤੇ ਕੁਝ ਹੋਰ ਡਾਕਟਰਾਂ ਨੇ ਗੁਰਮੁਖ ਸਿੰਘ ਦਾ ਡਾਕਟਰੀ ਮੁਆਇਨਾ ਕੀਤਾ। ਉਹ ਦਿਮਾਗੀ ਤੌਰ 'ਤੇ ਸਹੀ ਸੀ। ਕੋਈ ਵੀ ਚੂਲ ਢਿੱਲੀ ਨਹੀਂ ਸੀ। ਜਿਸ ਢੰਗ ਨਾਲ ਵੀ ਉਹ ਉਹਨੂੰ ਪਰਖ ਰਹੇ ਸੀ, ਦਿਮਾਗੀ ਤੌਰ 'ਤੇ ਸਹੀ ਸਾਬਤ ਹੋ ਗਿਆ ਸੀ। ਬਸ ਇੱਕ ਗੱਲ ਨਜ਼ਰ ਆ ਰਹੀ ਸੀ ਕਿ ਉਹ ਸਿੱਖ ਸੀ, ਸਗੋਂ ਗੁਰਸਿੱਖ, ਤੇ ਸਿੱਖ ਕਦੇ ਝੂਠ ਨਹੀਂ ਬੋਲਦਾ ਤੇ ਸਦਾ ਗੁਰੂਆਂ ਦੀ ਸਿੱਖਿਆ 'ਤੇ ਪਹਿਰਾ ਦਿੰਦਾ ਹੈ, ਗੁਰੂਆਂ ਦੀ ਸਿੱਖਿਆ ਦਾ ਪਾਲਣ ਕਰਦਾ ਹੈ। ਸਤਵੰਤ ਕੱਲੀ ਜੇਲ੍ਹ 'ਚ ਮਿਲਣ ਗਈ। ਗੁਰਮੁਖ ਸਿੰਘ ਉਹਦੇ ਸਾਹਮਣੇ ਅੱਖਾਂ ਝੁਕਾ ਕੇ ਬੈਠਾ ਰਿਹਾ। ਤੁਸੀਂ ਇਹ ਬਿਆਨ ਕਿਉਂ ਦੇ ਰਹੇ ਹੋ ਕਿ ਤੁਸੀਂ ਮਲੇਸ਼ੀਆ ਨੂੰ ਸੋਧਿਆ? ਚੁੱਪ। ਤੁਹਾਨੂੰ ਇਹ ਕਹਿਣਾ ਚਾਹੀਦਾ ਕਿ ਤੁਸੀਂ ਕੁਝ ਵੀ ਨਹੀਂ ਕੀਤਾ। ਗੁਰਮੁਖ ਸਿੰਘ ਨੇ ਅੱਖਾਂ ਚੁੱਕ ਕੇ ਸਤਵੰਤ ਦੇ ਚਿਹਰੇ 'ਤੇ ਤੱਕਿਆ। ਸ਼ਾਇਦ ਉਹਨੂੰ ਸਤਵੰਤ ਦੀ ਗੱਲ ਚੰਗੀ ਨਹੀਂ ਲੱਗੀ। ਸਤਵੰਤ ਡਰ ਜਿਹਾ ਗਈ ਸੀ। ਮਲੇਸ਼ ਖਤਮ ਹੋ ਗਏ। ਸਜ਼ਾ ਤੋਂ ਬਚਣਾ ਚਾਹੀਦਾ ਹੈ। ਅਦਾਲਤਾਂ ਵਿੱਚ ਝੂਠ ਹੀ ਚੱਲਦਾ ਹੈ। ਜਿਹੜਾ ਝੂਠ ਕਿਸੇ ਦਾ ਨੁਕਸਾਨ ਨਾ ਕਰੇ, ਤੁਹਾਡੀ ਜਾਨ ਬਚਾਏ, ਉਹ ਬੋਲਣ 'ਚ ਕੋਈ ਹਰਜ਼ ਨਹੀਂ, ਨਾ ਹੀ ਕੋਈ ਪਾਪ ਹੈ। ਹੁਣ ਤੁਸੀਂ ਕਹਿਣਾ ਕਿ ਤੁਹਾਡੇ ਡੱਬੇ 'ਚ ਕੋਈ ਚੜ੍ਹਿਆ ਹੀ ਨਹੀਂ ਅਤੇ ਤੁਸੀਂ ਕਿਸੇ ਨੂੰ ਮਾਰਿਆ ਹੀ ਨਹੀਂ, ਤੁਸੀਂ ਕਿਸੇ ਦਾ ਕਤਲ ਨਹੀਂ ਕੀਤਾ, ਤੁਹਾਡੀ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਸੀ। ਤੁਸੀਂ ਤਾਂ ਹਜ਼ੂਰ ਸਾਹਿਬ ਦਰਸ਼ਨ ਕਰਨ ਜਾ ਰਹੇ ਸੀ। ਪੁਲਿਸ ਨੇ ਖਾਮਖਾਹ ਤੁਹਾਨੂੰ ਕਤਲ ਕੇਸ 'ਚ ਫਸਾਇਆ। ਗੁਰਮੁਖ ਸਿੰਘ ਉੱਠ ਕੇ ਚਲਾ ਗਿਆ। ਸ਼ਾਇਦ ਉਹਦੇ ਕੰਨ ਹੋਰ ਕੁਝ ਵੀ ਸੁਣਨ ਲਈ ਤਿਆਰ ਨਹੀਂ ਸਨ। ਸਤਵੰਤ ਦੀਆਂ ਅੱਖਾਂ 'ਚ ਹੰਝੂ ਭਰ ਆਏ, ਜਿਹੜੇ ਕੋਸ਼ਿਸ਼ ਕਰਨ 'ਤੇ ਵੀ ਰੁਕ ਨਾ ਸਕੇ। ਕੇਸ ਦੁਬਾਰਾ ਸ਼ੁਰੂ ਹੋ ਗਿਆ। ਗੁਰਮੁਖ ਸਿੰਘ ਪਹਿਲਾਂ ਨਾਲੋਂ ਵਧੇਰੇ ਉਜਲਾ ਲੱਗਦਾ ਸੀ। ਚਿਹਰਾ ਚਮਕ ਰਿਹਾ ਸੀ। ਸਿੰਘ ਸਾਹਿਬ, ਆਪ ਕਹਾਂ ਜਾ ਰਹੇ ਥੇ? ਹਜ਼ੂਰ ਸਾਹਿਬ। ਤਰਜਮਾਕਾਰ ਨੇ ਦੱਸਿਆ ਕਿ ਸਿੱਖ ਨੰਦੇੜ ਨੂੰ ਹਜ਼ੂਰ ਸਾਹਿਬ ਕਹਿੰਦੇ ਹੈ। क्या करने? दर्शन। किसके दर्शन? गुरु साहब के, जिसकी हम फौज है। हर सिख को गुरु का हुक्म है एक बार हजूर साहब के दर्शन करे। गुरु के सिंह को हजूर साहब के दर्शन बगैर चढ़ाई नहीं करनी चाहिए। मरने से पहले एक बार दर्शन ज़रूरी है। तर्जमाकार ने किया। जज बहुत सोच च डुबिया लगता सी। अगर आप दर्शन नहीं कर सके तो क्या होगा? पापी होवांगा, गुरु दा दुरकारिया सिंह। अगर मैं आपको दर्शन करने के लिए भेज दूँ तो आप खुश होगे? मेरा गुरु अपने चरणों 'ਚ ਤੈਨੂੰ ਥਾਂ ਦੇਗਾ ਤੇ ਮੈਂ ਪੱਖੇ ਨਾਲ ਵਾਹ ਝੱਲਾਂਗਾ। ਇੱਕ ਚੁੱਪ ਛਾ ਗਈ। ਜੱਜ ਗਹਿਰੀ ਚੁੱਪ ਵੱਟ ਗਿਆ। ਉਹ ਛੱਤ ਵੱਲ ਝਾਕਦਾ ਸੀ, ਕਦੇ ਮੂੰਹ 'ਚ ਕਲਮ ਪਾਉਂਦਾ। ਅਦਾਲਤ ਭਰੀ ਹੋਈ ਸੀ, ਪਰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਮਰਾ ਖਾਲੀ ਸੀ। ਜ਼ਿੰਦਾ ਨਹੀਂ, ਮੂਰਤੀਆਂ ਨਾਲ ਕਮਰਾ ਭਰਿਆ ਸੀ। ਮੂਰਤੀਆਂ ਦੇ ਮੂੰਹ ਬੰਦ ਸਨ, ਕੇਵਲ ਦਿਲ ਧੜਕਦੇ ਸਨ। अजीब समा सी, सगों समा रुक गया सी। गुरमुख सिंह को हजूर साहब के दर्शन कराए जान। जज ने हुक्म किया और इसके पाँव की बेड़ियाँ खोल दी जाएं। तेरे बच्चे जिउण, तेरा सुरगां 'ਚ वासा होए सिंह। गुरमुख सिंह खुशी नाल चीक पिया सी। ਉਹਦੀਆਂ ਅੱਖਾਂ 'ਚ ਪਾਣੀ ਦੇ ਪਰਨਾਲੇ ਵਗ ਪਏ ਸਨ। ਉਹ ਇੱਕਦਮ ਪੈਰਾਂ 'ਚ ਬਹਿ ਗਿਆ। ਉਹਦੀ ਜਿਵੇਂ ਮਨੋਕਾਮਨਾ ਪੂਰੀ ਹੋ ਗਈ। ਜੇਲ੍ਹ 'ਚ ਪਿਆ ਪਿਆ ਸੋਚਿਆ ਕਰਦਾ ਸੀ, ਸ਼ਾਇਦ ਗੁਰੂਆਂ ਦਾ ਹੁਕਮ ਨਹੀਂ ਸੀ ਕਿ ਉਹ ਹਜ਼ੂਰ ਸਾਹਿਬ ਦੇ ਦਰਸ਼ਨ ਕਰੇ। ਸ਼ਾਇਦ ਇਹ ਵੀ ਗੁਰੂ ਦੀ ਇੱਛਾ ਸੀ ਕਿ ਗੁਰੂਆਂ ਦੀ ਇੱਛਾ ਦੇ ਖਿਲਾਫ ਉਹ ਕਦੇ ਵੀ ਜਾਣ ਵਾਲਾ ਨਹੀਂ ਸੀ। ਸ਼ਾਮ ਸਮੇਂ DIG ਸਾਹਿਬ ਜੱਜ ਸਾਹਿਬ ਦੀ ਕੋਠੀ ਪਹੁੰਚੇ। DIG ਸਾਹਿਬ ਨੂੰ ਤੱਕ ਕੇ ਜੱਜ ਸਾਹਿਬ ਥੋੜ੍ਹਾ ਚੌਂਕੇ ਸੀ, ਪਰ DIG ਦੀ ਨੇਕਨਾਮੀ ਬਹੁਤ ਸੀ, ਜਿਸ ਕਰਕੇ ਜੱਜ ਸਾਹਿਬ ਨੂੰ ਬਹੁਤੀ ਹੈਰਾਨੀ ਵੀ ਨਹੀਂ ਸੀ। ਦੋਹਾਂ ਅਹੁਦੇਦਾਰਾਂ ਨੂੰ ਸ਼ਾਇਦ ਇੱਕ ਦੂਜੇ ਦੀ ਜਾਣਕਾਰੀ 'ਤੇ ਵਕਤ ਨਹੀਂ ਗਵਾਉਣਾ ਪਿਆ। ਜੱਜ ਸਾਹਿਬ ਦੀ ਕੋਠੀ ਬੜੀ ਸਾਦਾ ਸੀ, ਪਰ ਉਹਦਾ ਘਾਹ 'ਤੇ ਫੁੱਲ ਬਹੁਤ ਸੁੰਦਰ ਸੀ। ਜੱਜ ਸਾਹਿਬ ਘਾਹ ਸਵਾਰ ਰਿਹਾ ਸੀ।
ਉਸੇ ਲਿਬਾਸ 'ਚ DIG ਨਾਲ ਕੁਰਸੀ ਤੇ ਬਹਿ ਗਿਆ। ਕਿਆ लेंगे, ਚਾय या ठंडा? ਚਾय ਠੀਕ ਰਹੇਗੀ, ਥੋੜੀ ਦੇਰ ਬਾतें करने का ਸਮਾਂ ਵੀ ਮਿਲੇਗਾ। ਗੱਲਾਂ ਚੱਲ ਪਈਆਂ, ਸਟੇਟ ਮਗਰੋਂ ਕੇਂਦਰ, ਫਿਰ ਪੰਜਾਬ ਦੇ ਹਾਲਾਤ ਉੱਪਰ। DIG ਸਾਹਿਬ ਕੇਂਦਰ ਤੇ ਫਿਰ ਗੁਰਮੁਖ ਸਿੰਘ ਦੀ ਗੱਲ ਛੇੜਨਾ ਚਾਹੁੰਦਾ ਸੀ। ਸਿੱਖ ਇੱਕ ਬਹਾਦਰ ਕੌਮ ਹੈ, गुरु के बताए रास्ते पर चलने वाली, सेवा, गरीब की सेवा, मजबूर थे स्त्री की इज्जत की राखी, इनके लिए खास आदेश है। मेरी अदालत में एक विचित्र दोषी आया है, उसको मौत का डर ही नहीं है, वो सच ही बोलता रहा। वो परवाह नहीं कर रहा था कि उसका बयान उसको फांसी के फंदे तक ले जाएगा, बस एक ही बात बोलता जा रहा था कि गुरु का सिख झूठ नहीं बोलता। मैं तो उसके सामने हार मान गया। वो नंदेड़ गुरुद्वारे के दर्शन करना चाहता है, मैंने हुक्म दे दिया, इसकी अंतिम इच्छा पूरी करो। मुझे डर है कि इसकी अंतिम इच्छा ही होगी। मैं खुद धर्म संकट में हूँ, कभी कुछ दिमाग में आता है और कभी कुछ। आखिर हम इंसाफ की कुर्सी पे बैठे डरते हैं कोई गलत फैसला ना हो जाए, इंसाफ ना डोल जाए। थोड़ी देर होर गल्लां होईयां, फिर DIG ਸਾਹਿਬ ਚਲੇ ਗਏ। ਉਹ ਕੁਝ ਵੀ ਤਾਂ ਬੋਲ ਨਹੀਂ ਸਕਦਾ ਸੀ, ਜਿਵੇਂ ਉਹਦਾ ਸੰਤੋਖ ਸਿੰਘ ਨੂੰ ਮਿਲਣ ਦਾ ਮਨ ਨਹੀਂ ਸੀ, पर मिलना भी अपना फ़र्ज़ समझता सी। क्या गुरमुख सिंह को समझाया नहीं जा सकता कि वो सच ना बोले और झूठ भी ना बोले? सर, गुरु का सिख सच ही बोलेगा, सच छुपाएगा भी नहीं। मैं भी प्रेर नहीं सकता कि मौत से बचने के लिए किसी झूठ सच का सहारा लिया जाए। मौत निश्चित है, इससे बचकर कोई कहाँ जा सकता है? गुरमुख सिंह को कोई भी समझा नहीं सकता। DIG साहब पानी का गिलास पी के उदास उदास चला गया। ਸਤਵੰਤ ਕੌਰ ਬਹੁਤ ਉਦਾਸ ਬੈਠੀ ਸੀ। ਜੀਵਨ ਅਜੀਬ ਜੰਗ ਹੈ, ਇਹ ਜੰਗ ਮੁਕਤੀ ਨਹੀਂ ਹੈ, ਇਹ ਖੇਲ ਖਤਮ ਨਹੀਂ ਹੁੰਦਾ। ਮੌਤ ਹੀ ਸ਼ਾਇਦ ਇਹਦਾ ਅੰਤ ਹੈ। ਪਿਛਲੀ ਤਾਰੀਖ ਤੇ ਲੱਗਦਾ ਸੀ ਉਹ ਮੁਕੱਦਮਾ ਜਿੱਤ ਜਾਣਗੇ, ਗੁਰਮੁਖ ਸਿੰਘ ਬਰੀ ਹੋ ਜਾਏਗਾ, ਪਰ ਅੱਜ ਲੱਗਦਾ ਹੈ ਗੁਰਮੁਖ ਸਿੰਘ ਨੂੰ ਦੁਨੀਆ ਦੀ ਕੋਈ ਵੀ ਤਾਕਤ ਬਚਾ ਨਹੀਂ ਸਕਦੀ। ਸਤਵੰਤ ਜਿਵੇਂ ਜ਼ਿੰਦਗੀ ਅੱਗੇ ਹਾਰ ਮੰਨਦੀ ਜਾ ਰਹੀ ਸੀ, ਸਿਰ ਝੁਕਾਉਂਦੀ ਜਾ ਰਹੀ ਸੀ। ਜੀਵਨ 'ਚ ਇੱਕ ਉਲਝੀ ਤਾਣੀ ਹੈ ਜਿਹੜੀ ਕਦੇ ਵੀ ਸੁਲਝਣੀ ਨਹੀਂ। ਇੱਕ ਤੰਦ ਸੁਲਝਾਓਗੇ ਤਾਂ ਦੂਸਰੀ ਤੰਦ ਉਲਝ ਜਾਏਗੀ, ਸਤਵੰਤ ਸੋਚ ਰਹੀ ਸੀ। ਗੱਡੀ ਨੰਦੇੜ ਪਹੁੰਚੀ। ਜੱਜ ਦੇ ਹੁਕਮ ਦੇ ਮੁਤਾਬਕ ਪੈਰਾਂ 'ਚੋਂ ਬੇੜੀਆਂ ਲਾਹ ਦਿੱਤੀਆਂ। ਕੇਵਲ ਇੱਕ ਹੀ ਹੱਥ 'ਚ ਹੱਥਕੜੀ ਰੱਖੀ ਗਈ। 2 ਸਿਪਾਹੀ ਤੇ ਇੱਕ ਥਾਣੇਦਾਰ ਨਾਲ ਸਨ। ਸਤਵੰਤ, ਮੰਮੀ ਤੇ ਸੰਤੋਖ ਸਿੰਘ ਵੀ ਨਾਲ ਸਨ। ਗੁਰਮੁਖ ਸਿੰਘ ਨੇ ਪਲੇਟਫਾਰਮ 'ਤੇ ਲੰਮਾ ਪੈ ਕੇ ਹਜ਼ੂਰ ਸਾਹਿਬ ਨੂੰ ਨਮਸਕਾਰ ਕੀਤੀ। ਕਿੰਨੀ ਦੇਰ ਮੱਥਾ ਰਗੜਦਾ ਰਿਹਾ, ਨੱਕ ਨਾਲ ਲਕੀਰਾਂ ਕੱਢਦਾ ਰਿਹਾ। ਮੇਰੇ ਗੁਰਾਂ ਦੀ ਧਰਤੀ, ਮੇਰੇ ਸਤਿਗੁਰਾਂ ਦੀ ਧਰਤੀ, ਜੱਜਾ ਤੈਨੂੰ ਮੇਰੇ ਗੁਰੂ ਦਾ ਆਸ਼ੀਰਵਾਦ ਮਿਲੇ, ਤੂੰ ਮੈਨੂੰ ਮੇਰੇ ਗੁਰੂ ਦੀ ਧਰਤੀ ਦੇ ਦਰਸ਼ਨ ਕਰਾਤੇ। ਉਹ ਮੂੰਹ 'ਚ ਬੋਲ ਰਿਹਾ ਸੀ। ਉਹ ਸਾਰੇ ਸੱਚਖੰਡ ਗੁਰਦੁਆਰੇ 'ਚ ਪਹੁੰਚ ਗਏ। ਨਿਹੰਗ ਸਿੰਘ ਦੇ ਹੱਥਕੜੀ ਸੰਗਤਾਂ ਖੜ ਦੇਖ ਰਹੀਆਂ ਸੀ। ਸੁੰਦਰ ਜਵਾਨ, ਵੱਖਰਾ ਜਵਾਨ, ਪਰ ਪੁਲਿਸ ਦੇ ਪਹਿਰੇ 'ਚ। ਕੀ ਘਟਨਾ ਸੀ, ਕੀ ਕਾਰਨ ਸੀ? ਵੇਖਣ ਨੂੰ ਤਾਂ ਕਮਲਾ ਨਿਹੰਗ ਨਹੀਂ ਲੱਗਦਾ ਸੀ। ਕੱਪੜੇ ਪਹਿਰਾਵੇ ਵੇਖ ਰੇਖ ਤੋਂ ਬਹੁਤ ਹੀ ਸੁਘੜ ਲੱਗਦਾ ਸੀ। ਤੁਰੀਆਂ ਜਾਂਦੀਆਂ ਸੰਗਤਾਂ ਸੋਚ ਰਹੀਆਂ ਸੀ ਗੁਰਮੁਖ ਸਿੰਘ ਆਪਣੀ ਧੁਨ 'ਚ ਮਸਤ ਸੀ। ਗੁਰਮੁਖ ਸਿੰਘ, अगर मैं आपकी हथकड़ी खोल दूँ तो दौड़ तो नहीं जाएगा? मेरे बाल बच्चे की रोज़ी रोटी का सवाल है। मुझे अच्छा नहीं लगता इतना श्रद्धालु सींग हथकड़ी में माथा टेकता है। गुरु का सिंह कदे धोखा नहीं करता, पर तू हथकड़ी मत खोल, किते कोई खुनामी ना हो जाए। इंसान भुलणहार है, गलतियां दा पुतला है, पर गुरु दा सिंह कदी सिदक नहीं हारदा। हथकड़ी खोल दो। थानेदार ने सिपाही नूं हुक्म दिता। लेकिन साहब, धोखा किया तो सारी सिख कौम से विश्वास उठ जाएगा। शायद थानेदार तजर्बा करना चाਹੁੰਦਾ ਸੀ। ਉਹਦਾ ਸਿੱਖਾਂ ਨਾਲ ਬਹੁਤ ਵਾਹ ਰਿਹਾ ਸੀ। ਸਿੱਖ ਧੋਖਾ ਨਹੀਂ ਦਿੰਦੇ, ਸਿਦਕ ਨਹੀਂ ਹਾਰਦੇ। ਉਹਦਾ ਵਿਸ਼ਵਾਸ ਸੀ ਤੇ ਉਹਨੂੰ ਚੰਗਾ ਨਹੀਂ ਲੱਗ ਰਿਹਾ ਸੀ ਕਿ ਇੱਕ ਗੁਰੂ ਦਾ ਸਿੱਖ ਗੁਰੂ ਦੇ ਦਰ 'ਤੇ ਵੀ ਹੱਥਕੜੀਆਂ 'ਚ ਪੇਸ਼ ਹੋਵੇ। ਉਹਨੂੰ ਆਜ਼ਾਦ ਕਰਕੇ ਪੇਸ਼ ਕਰਨਾ ਚਾਹੁੰਦਾ ਸੀ। ਧੰਨਵਾਦ। ਚੱਲਦਾ।